ਸਤਿ ਸ਼੍ਰੀ ਅਕਾਲ। ਪੰਜਾਬ ਟੀਵੀ ਦੇ ਨਿਊਜ਼ ਬੁਲਟਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਵਿਵੇਕ ਸ਼ਰਮਾ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਾਲੇ ਵੀ ਠੋਸ ਕਦਮ ਚੁੱਕਣੇ ਬਾਕੀ। ਰਾਜਾ ਵੜਿੰਗ ਨੇ ਕਿਹਾ, ਰਾਜਪਾਲ ਦੀ ਪਦ ਯਾਤਰਾ ਤਾਂ ਹੀ ਹੋਵੇਗੀ ਸਾਰਥਕ ਜੇਕਰ ਹਕੀਕਤ ਨੂੰ ਕੀਤਾ ਜਾਵੇ ਸਵੀਕਾਰ। ਐਮਰਜੈਂਸੀ ਲੈਂਡਿੰਗ ਸਹੂਲਤ ਤੇ ਉਤਰਿਆ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼। ਡਿਬਰੂਗੜ੍ਹ ਜ਼ਿਲ੍ਹੇ ਦੇ ਮੋਰਨ ਬਾਈਪਾਸ ਤੇ ਬਣੀ ELF ਸੁਖੋਈ Su-30 MKI ਨੇ ਵੀ ਭਰੀ ਉਡਾਨ। ਅਸਮ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ ਵਿੱਚ ਕੀਤਾ ਰੋਡ ਸ਼ੋਅ। ਕੁਮਾਰ ਭਾਸਕਰ ਵਰਮਾ ਸੇਤੂ ਦਾ ਕੀਤਾ ਉਦਘਾਟਨ। ਕਾਂਗਰਸ ਤੇ ਸਾਧਿਆ ਨਿਸ਼ਾਨਾ। ਅਮਰੀਕਾ ਨਾਲ ਵਪਾਰ ਸਮਝੌਤਾ ਕਿਸਾਨਾਂ ਦੇ ਖਿਲਾਫ। ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ, ਕੇਂਦਰ ਸਰਕਾਰ ਨੇ ਟਰੰਪ ਦੇ ਦਬਾਅ ਹੇਠ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਾਲੇ ਵੀ ਠੋਸ ਕਦਮ ਚੁੱਕਣੇ ਬਾਕੀ ਨੇ। ਯੁੱਧ ਨਸ਼ਿਆਂ ਵਿਰੁੱਧ ਅਤੇ ਰਾਜਪਾਲ ਦੀ ਪਦ ਯਾਤਰਾ ਤਾਂ ਹੀ ਸਾਰਥਕ ਹੋਵੇਗੀ ਜੇਕਰ ਅਸੀਂ ਹਕੀਕਤ ਨੂੰ ਸਵੀਕਾਰ ਕਰਾਂਗੇ। ਇਹ ਕਹਿਣਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਸਾਨੂੰ ਡੀ ਐਡਿਕਸ਼ਨ ਸੈਂਟਰਾਂ ਦੀ ਗਿਣਤੀ ਵਧਾਉਣੀ ਪਵੇਗੀ। ਨਾਲ ਹੀ ਨਸ਼ਿਆਂ ਦਾ ਸ਼ਿਕਾਰ ਨੌਜਵਾਨਾਂ ਦੀ ਕਾਉਂਸਲਿੰਗ ਲਈ ਵੀ ਉਪਰਾਲੇ ਕਰਨੇ ਹੋਣਗੇ, ਨਹੀਂ ਤਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਸ ਉਦਮ ਲਈ ਸੂਬੇ ਦੇ ਹਰ ਵਰਗ ਨੂੰ ਇਕਜੁੱਟ ਕਰਨਾ ਹੋਵੇਗਾ। ਦੇਖੋ ਗਵਰਨਰ ਸਾਹਿਬ ਜਾਂ ਤਾਂ ਅੰਕੜੇ ਪੇਸ਼ ਕਰਨ, ਕੋਈ ਅੰਕੜੇ ਪੇਸ਼ ਕਰਨ, ਕਿਸੇ ਦੇ ਬਿਆਨ ਕਰਨ ਨਾਲ ਤਾਂ ਕੁਝ ਨਹੀਂ ਹੋਣਾ। ਤੁਸੀਂ ਯੁੱਧ ਨਸ਼ਿਆਂ ਵਿਰੁੱਧ ਤੇ ਘਰ ਢਾ ਦਿੱਤੇ ਗਏ, 70-72 ਕੇ 45,000 ਤੁਸੀਂ FIR ਦਰਜ ਕਰ ਦਿੱਤੀ ਗਈ। ਕੀ ਹੋਇਆ ਉਸ FIR ਦਾ? FIR ਦਰਜ ਕਰਨ ਦੇ ਨਾਲ ਕੀ ਨਸ਼ਾ ਖਤਮ ਹੋ ਜਾਏਗਾ? ਮੈਂ ਤਾਂ ਤੁਹਾਡੇ ਸਾਹਮਣੇ ਉਦਾਹਰਨ ਦੇ ਰਿਹਾ। ਕਿਸੇ ਪਿੰਡ 'ਚ ਪੁੱਛ ਲਓ, ਕਿਸੇ ਸ਼ਹਿਰ 'ਚ ਪੁੱਛ ਲਓ, ਕਿਸੇ ਚੌਂਕ 'ਚ ਪੁੱਛ ਲਓ, ਕਿਸੇ ਚੁਰਾਹੇ 'ਚ ਪੁੱਛ ਲਓ ਕਿ ਨਸ਼ਾ ਖਤਮ ਹੋਇਆ? ਉਹ ਕਹਿਣਗੇ ਨਹੀਂ ਜੀ, ਨਸ਼ਾ ਤਾਂ ਵੱਧ ਗਿਆ, ਕਿਉਂਕਿ ਇੱਦਾਂ ਨਸ਼ਾ ਖਤਮ ਹੀ ਹੋਇਆ। ਆਲਟਰਨੇਟਿਵ ਦੇਣਾ ਪੈਣਾ ਨਸ਼ੇ ਦਾ, ਪਲੱਸ ਕਾਉਂਸਲਿੰਗ ਕਰਨੀ ਪੈਣੀ ਹੈ, ਡੀ ਐਡਿਕਸ਼ਨ ਸੈਂਟਰਾਂ ਤੇ ਪੂਰਾ ਜ਼ੋਰ ਮਾਰਨਾ ਪੈਣਾ, ਸਾਰਿਆਂ ਨੂੰ ਇਕੱਠੇ ਕਰਨਾ ਪੈਣਾ, ਪੰਜਾਬ ਦੇ ਹਰ ਵਰਗ ਨੂੰ ਇਕੱਠੇ ਕਰਨਾ ਪੈਣਾ। ਸੋਸ਼ਲਾਈਜ਼ ਜਿਹੜੇ ਲੋਕ ਕਰਦੇ ਆ ਜਾਂ ਸੋਸ਼ਲ ਵਰਕ ਕਰਦੇ ਆ, ਇਹਨਾਂ ਲੋਕਾਂ ਨਾਲ ਬੈਠਣਾ ਪੈਣਾ। ਇਹ ਐਦਾਂ ਨਹੀਂ ਕਿ ਇਕੱਲਾ ਬਿਆਨ ਦੇਤਾ ਤੇ ਪੋਸਟਰ ਲਾਤੇ ਤੇ ਯਾਤਰਾ ਕਰ ਲਈ ਇਹਨਾਂ ਨਸ਼ਾ ਖਤਮ ਹੋ। ਅਸਮ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ ਵਿੱਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਉਹਨਾਂ ਬ੍ਰਹਮਪੁੱਤਰ ਨਦੀ ਤੇ ਪਾਰ ਕੁਮਾਰ ਭਾਸਕਰ ਵਰਮਾ ਸੇਤੂ ਪੁਲ ਦਾ ਉਦਘਾਟਨ ਕੀਤਾ। ਲਗਭਗ 3030 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 6 ਲੇਨ ਵਾਲਾ ਪੁਲ ਗੁਹਾਟੀ ਨੂੰ ਉੱਤਰੀ ਗੁਹਾਟੀ ਨਾਲ ਜੋੜਦਾ ਹੈ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਗਈ। ਇਸ ਦੌਰਾਨ ਉਹਨਾਂ ਕਾਂਗਰਸ ਨੂੰ ਲੰਮੇ ਹੱਥੀ ਲਿਆ। साथियों, आज ही पुलवामा हमले की बरसी है। मैं इस हमले में जान गंवाने वाले मां भारती के वीर सपूतों को नमन करता। इस आतंकी हमले के बाद भारत ने जिस तरह आतंकियों को सजा दी, वो पूरी दुनिया ने देखा है और कुछ लोग तो आज भी कांप रहे हैं। अभी आपने भारत की ये शक्ति ऑपरेशन सिंदूर में भी देखी है। लेकिन साथियों, मैं आपसे जानना चाहता हूं, क्या कभी कांग्रेस से हम देश हित के लिए इतनी हिम्मत के साथ फैसले करने की ताकत थी क्या? वो कर सकते थे क्या? वो ज्यादा से ज्यादा बयान दे सकते हैं, कुछ नहीं कर सकते। जो कांग्रेस भारत को राष्ट्र मानने से भी इनकार करती हो, जो सवाल करते हैं कि मां भारती क्या होती है, जो मां भारती के नाम तक से परहेज करती हो, जो मां भारती के प्रति जरा सा सम्मान तक नहीं दिखाते,
वो कांग्रेस कभी भारत का भला नहीं कर सकती। ਭਾਰਤੀ ਹਵਾਈ ਸੈਨਾ ਨੇ ਨਾਰਥ ਈਸਟ ਸੂਬੇ ਆਸਾਮ ਵਿੱਚ ਆਪਣੀ ਰਣਨੀਤਿਕ ਕੌਸ਼ਲ ਅਤੇ ਤਾਕਤ ਦਾ ਮੁਜ਼ਾਹਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਇਸ ਇਤਿਹਾਸਿਕ ਮੌਕੇ ਦਾ ਗਵਾਹ ਬਣੇ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਮੋਰਨ ਬਾਈਪਾਸ ਤੇ ਬਣੀ ਐਮਰਜੈਂਸੀ ਲੈਂਡਿੰਗ ਸਹੂਲਤ ਤੇ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਉਤਰੇ। ਇਸ ਦੇ ਨਾਲ ਹੀ ਹਾਈਵੇ ਤੇ ਬਣੀ ਇਹ ਪੱਟੀ ਹਵਾਈ ਸੈਨਾ ਦੇ ਰਣਨੀਤਿਕ ਨੈਟਵਰਕ ਦਾ ਹਿੱਸਾ ਬਣ ਗਈ। ਉੱਤਰ ਪੂਰਬੀ ਸੂਬਿਆਂ ਲਈ ਸ਼ਨੀਵਾਰ ਦਾ ਦਿਨ ਬੇहद ਖਾਸ ਰਿਹਾ। ਚੀਨ ਸਰਹੱਦ ਦੇ ਨੇੜੇ ਦੇਸ਼ ਦੀ ਰਣਨੀਤਿਕ ਤਾਕਤ ਵਿੱਚ ਇੱਕ ਨਵਾਂ ਅਧਿਆਇ ਉਸ ਸਮੇਂ ਜੁੜ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਬਰੂਗੜ੍ਹ ਜ਼ਿਲ੍ਹੇ ਦੇ ਮੋਰਨ ਬਾਈਪਾਸ ਤੇ ਬਣੀ ਐਮਰਜੈਂਸੀ ਲੈਂਡਿੰਗ ਸਹੂਲਤ ਤੇ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਲੈਂਡਿੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਉਤਰਨ ਦੇ ਨਾਲ ਹੀ ਹਾਈਵੇ ਤੇ ਇਹ ਪੱਟੀ ਹਵਾਈ ਸੈਨਾ ਦੇ ਰਣਨੀਤਿਕ ਨੈਟਵਰਕ ਦਾ ਹਿੱਸਾ ਬਣ ਗਈ। ਪ੍ਰਧਾਨ ਮੰਤਰੀ ਮੋਦੀ ਭਾਰਤੀ ਹਵਾਈ ਸੈਨਾ ਦੇ C-130J ਸੁਪਰ ਹਰਕੁਲਿਸ ਜਹਾਜ਼ ਵਿੱਚ ਉਤਰੇ। ਇਸ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਦੇ ਇੱਕ ਸੁਖੋਈ Su-30 MKI ਨੇ ਡਿਬਰੂਗੜ੍ਹ ਦੇ ਮੋਰਨ ਬਾਈਪਾਸ ਵਿਖੇ ਐਮਰਜੈਂਸੀ ਲੈਂਡਿੰਗ ਸਹੂਲਤ ਭਾਵ ELF ਤੋਂ ਉਡਾਨ ਭਰੀ। ਪ੍ਰਧਾਨ ਮੰਤਰੀ ਮੋਦੀ ਅਤੇ ਮੌਜੂਦ ਸੈਂਕੜੇ ਲੋਕ ਇਸ ਉਡਾਨ ਦਾ ਗਵਾਹ ਬਣੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਹਵਾਈ ਸੈਨਾ ਮੁਖੀ ਅਮਰਪ੍ਰੀਤ ਸਿੰਘ ਵੀ ਮੌਜੂਦ ਸਨ। ਏਅਰ ਸ਼ੋਅ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਨੇ ਮੋਰਨ ਦੀ ਵਿਸ਼ੇਸ਼ਤਾ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਡਿਬਰੂਗੜ੍ਹ ਦੇ ਮੋਰਨ ਬਾਈਪਾਸ ਤੇ ਐਮਰਜੈਂਸੀ ਲੈਂਡਿੰਗ ਸਹੂਲਤ ਤੇ ਉਤਰੇ। ਇਹ ਇੱਕ ਇਤਿਹਾਸਿਕ ਪਲ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ C-130J ਸੁਪਰ ਹਰਕੁਲਿਸ ਜਹਾਜ਼ ਵਿੱਚ ELF ਤੇ ਉਤਰੇ। ਇਸ ਤੋਂ ਬਾਅਦ ਉਹਨਾਂ ਨੇ ਇੱਥੋਂ ਲੜਾਕੂ ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਦਾ ਏਅਰ ਸ਼ੋਅ ਵੇਖਿਆ। ਦੱਸ ਦਈਏ ਕਿ ਐਮਰਜੈਂਸੀ ਲੈਂਡਿੰਗ ਸਹੂਲਤ ਉੱਤਰ ਪੂਰਬੀ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ। ਐਮਰਜੈਂਸੀ ਲੈਂਡਿੰਗ ਸਹੂਲਤ ਜੰਗ ਅਤੇ ਐਮਰਜੈਂਸੀ ਲਈ ਇੱਕ ਕਿਸਮ ਦਾ ਵਿਕਲਪਿਕ ਰਨਵੇ ਹੈ। ਜੰਗ ਜਾਂ ਐਮਰਜੈਂਸੀ ਦੌਰਾਨ ਲੜਾਕੂ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਲਈ ਇੱਕ ਵਿਕਲਪਿਕ ਲੈਂਡਿੰਗ ਸਾਈਟ ਪ੍ਰਦਾਨ ਕਰਨ ਲਈ ਇੱਕ ਹਾਈਵੇ ਤੇ ਇੱਕ ਸਟ੍ਰਿਪ ਬਣਾਈ ਜਾਂਦੀ ਹੈ। ਐਮਰਜੈਂਸੀ ਲੈਂਡਿੰਗ ਸਹੂਲਤ 40 ਟਨ ਤੱਕ ਦੇ ਭਾਰ ਵਾਲੇ ਲੜਾਕੂ ਜਹਾਜ਼ਾਂ ਅਤੇ 74 ਟਨ ਤੱਕ ਦੇ ਵੱਧ ਤੋਂ ਵੱਧ ਟੇਕ ਆਫ ਭਾਰ ਵਾਲੇ ਜਹਾਜ਼ਾਂ ਨੂੰ ਸੰਭਾਲਣ ਦੇ ਸਮਰੱਥ ਹੈ। ਇਹ ਧਿਆਨ ਦੇਣ ਯੋਗ ਹੈ ਕਿ ਦੇਸ਼ ਭਰ ਵਿੱਚ 28 ELF ਦੀ ਯੋਜਨਾ ਬਣਾਈ ਗਈ ਹੈ। ਵਰਤਮਾਨ ਵਿੱਚ ਆਸਾਮ ਨੂੰ ਛੱਡ ਕੇ ਦੇਸ਼ ਵਿੱਚ ਸਿਰਫ 5 ਅਜਿਹੀਆਂ ਸਹੂਲਤਾਂ ਨੇ। ਆਸਾਮ ਵਿੱਚ ਇਹ ਸਹੂਲਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਚੀਨ ਸਰਹੱਦ ਦੇ ਬਿਲਕੁਲ ਨੇੜੇ ਹੈ, ਜੋ ਕਿ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੈ। ਭਾਰਤ ਦੇ ਪਹਿਲੇ ਐਮਰਜੈਂਸੀ ਲੈਂਡਿੰਗ ਸਹੂਲਤ ਦਾ ਉਦਘਾਟਨ 2021 ਵਿੱਚ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ। ਵੱਖ-ਵੱਖ ਹਿੱਸਿਆਂ ਵਿੱਚ ਲਗਭਗ 17 ਅਜਿਹੇ ELF ਪ੍ਰੋਜੈਕਟ ਚੱਲ ਰਹੇ ਨੇ। ਅਮਰੀਕਾ ਨਾਲ ਵਪਾਰ ਸਮਝੌਤਾ ਕਿਸਾਨਾਂ ਦੇ ਖਿਲਾਫ ਹੈ। ਸਰਕਾਰ ਨੇ ਟਰੰਪ ਦੇ ਦਬਾਅ ਹੇਠ ਹੱਥ ਖੜੇ ਕੀਤੇ ਨੇ। ਇਹ ਕਹਿਣਾ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ। ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਇਸ ਡੀਲ ਨਾਲ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ। ਜੇਕਰ ਸਾਡੀ ਸ਼ੰਕਾ ਝੂਠੀ ਹੈ ਤਾਂ ਸਰਕਾਰ ਨੂੰ ਲੋਕ ਸਭਾ ਵਿੱਚ ਸਮਝੌਤੇ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਅਚਾਨਕ ਹੁਣ ਜੋ ਮੀਡੀਆ 'ਚ ਆਉਣ ਲੱਗਿਆ ਬਈ ਜੀ ਆਹ ਸਮਝੌਤਾ ਹੋ ਗਿਆ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ, ਜਿੰਨੀ ਦੇਰ ਤੱਕ ਬਲੈਕ ਐਂਡ ਵਾਈਟ 'ਚ ਨਹੀਂ ਆਉਂਦਾ ਉਨੀ ਦੇਰ ਤੱਕ ਸਥਿਤੀ ਤਾਂ ਸਪਸ਼ਟ ਨਹੀਂ ਹੁੰਦੀ। ਪਰ ਇੱਕ ਪਾਸੇ ਤਾਂ ਟਰੰਪ ਐਲਾਨ ਕਰੀ ਜਾ ਰਿਹਾ, ਦੂਜੇ ਪਾਸੇ ਜਵਾਬ ਦੇਈ ਜਾ ਰਿਹਾ। ਉਹ ਕਹਿੰਦਾ ਹੈ ਵੀ ਅਸੀਂ ਐਗਰੀਕਲਚਰ ਪ੍ਰੋਡਕਟਸ ਵਾਸਤੇ ਸਾਨੂੰ ਵੱਡੀ ਮਾਰਕੀਟ ਮਿਲ ਗਈ, ਦੁਨੀਆ ਦੀ 145 ਕਰੋੜ ਆਬਾਦੀ ਵਾਲਾ ਦੇਸ਼ ਸਾਨੂੰ ਮਿਲ ਗਿਆ ਅਤੇ ਅਸੀਂ ਤਾਂ ਜੀ ਮਾਲੋ ਮਾਲ ਹੋ ਜਾਵਾਂਗੇ, ਇੱਥੇ ਦਾ ਕਿਸਾਨ ਅਮੀਰ ਹੋ ਜਾਏਗਾ, ਅਸੀਂ ਐਕਸਪੋਰਟਸ ਕਰਾਂਗੇ। ਦੂਜੇ ਪਾਸੇ ਇਹ ਕਹਿੰਦੇ ਨੇ ਅਸੀਂ ਕੁਛ ਵੀ ਨਹੀਂ ਕੀਤਾ। ਔਰ ਜਿਹੜਾ ਕੁਛ ਇਹ ਕਹਿੰਦੇ ਨੇ ਉਹਦੇ ਨਾਲ ਇਹਨਾਂ ਨੇ ਇੱਕ ਦੋ ਫਸਲਾਂ ਹਰੇਕ ਸਟੇਟ ਦੀਆਂ ਇਸ ਘੇਰੇ 'ਚ ਲੈ ਆਂਦੀਆਂ। ਜਿਵੇਂ ਮਿਸਾਲ ਦੇ ਤੌਰ 'ਤੇ ਪਿਛਲੇ ਸਾਲ ਇਹਨਾਂ ਨੇ ਨਰਮੇ ਦੇ ਉੱਤੋਂ ਕਸਟਮ ਡਿਊਟੀ ਘਟਾਈ ਸੀ। ਉਹਦੇ ਨਾਲ ਕਰਨਾਟਕ ਤੇ ਮਹਾਰਾਸ਼ਟਰ ਦਾ ਕਿਸਾਨ ਜਿਹੜਾ ਕਾਟਨ ਗਰੋਅਰ ਸੀ ਉਹ ਪੂਰੀ ਤਰ੍ਹਾਂ ਡੁੱਬ ਗਿਆ। ਅਤੇ ਉਹ ਤਾਂ ਹੁਣ ਇਹ ਕਹਿੰਦੇ ਨੇ ਵੀ ਅਸੀਂ ਉਹ ਜ਼ੀਰੋ ਡਿਊਟੀ 'ਤੇ ਇੰਪੋਰਟ ਕਰਨੀ ਹੈ, ਤਾਂ ਕਾਟਨ ਬੈਲਟ ਤਾਂ ਬਿਲਕੁਲ ਖਤਮ ਹੋ ਜੂ ਨਾ, ਅਸੀਂ ਤਾਂ ਕੰਪੀਟ ਨਹੀਂ ਕਰ ਸਕਦੇ। ਅਮਰੀਕਾ ਜਿੱਥੇ ਹੈਵੀਲੀ ਸਬਸਿਡਾਈਜ਼ਡ ਖੇਤੀ ਹੈ ਉਹਦਾ ਇੱਥੇ ਇਸ ਦੇਸ਼ ਦੇ ਕਿਸਾਨ ਕਦੀ ਮੁਕਾਬਲਾ ਨਹੀਂ ਕਰ ਸਕਦੇ। ਉਹ ਕਹਿੰਦੇ ਨੇ, ਉਹਨਾਂ ਨੇ ਇੱਕ ਤਾਂ ਅਮਰੀਕਾ ਨੇ ਕਿਹਾ ਦਾਲਾਂ ਨੂੰ ਕਿਹਾ, ਹੁਣ ਇਹ ਮੁੱਕਰ ਗਏ। ਇਹਨਾਂ ਨੇ ਕਿਹਾ ਜੀ ਜਿਹੜੀ ਫੈਕਟ ਲਿਸਟ ਜਾਰੀ ਹੋਈ ਹੈ ਉਹ ਨਹੀਂ ਜੀ ਦੁਬਾਰਾ ਫਿਰ ਜਾਰੀ ਕਰਵਾਤੀ। ਵੀ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਏਡੇ ਵੱਡੇ ਸਮਝੌਤਾ ਹੋ ਗਿਆ, ਪਾਰਲੀਮੈਂਟ 'ਚ ਪੇਸ਼ ਕਰਕੇ ਸਾਰੇ ਦੇਸ਼ ਨੂੰ ਦੱਸਣਾ ਚਾਹੀਦਾ ਕੀ ਕੀਤਾ, ਉਹਦੇ ਵਿੱਚ ਹੈ ਕੀ। ਪਰ ਸਵਾਲ ਤਾਂ ਇਹ ਹੈ ਵੀ ਉੱਥੇ ਅਮਰੀਕਾ ਦੇ ਵਿੱਚ ਤਾਂ ਸਭ ਕੁਝ ਜੈਨੇਟਿਕਲੀ ਮੋਡੀਫਾਈਡ ਹੈ।
ਜੇ ਜੈਨੇਟਿਕਲੀ ਮੋਡੀਫਾਈਡ ਮੱਕੀ ਦਾ DDG ਇੱਥੇ ਆਏਗਾ, ਸਾਡੇ ਫੀਡ ਦੇ ਵਿੱਚ ਪਏਗਾ, ਫੀਡ ਤੇ ਉਹ ਸਾਡਾ ਫੀਡ ਪਸ਼ੂ ਖਾਣਗੇ, ਉਹ ਤੋਂ ਦੁੱਧ ਪੈਦਾ ਹੋਏਗਾ, ਉਹਦੇ ਥਰੂ ਸਾਡੇ ਸਰੀਰ 'ਤੇ ਅਸਰ ਹੋਏਗਾ। ਇਹ ਜਿਹੜਾ ਜੈਨੇਟਿਕਲੀ ਮੋਡੀਫਾਈਡ ਚੀਜ਼ ਆ, ਫਿਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਚੈੱਕ ਕਰਾਂਗੇ। ਜਿੰਨਾ ਕੁ ਤੁਸੀਂ ਉਹਦੇ ਮੂਹਰੇ ਅੱਖ ਚੱਕਦੇ ਹੋ, ਉਹਨਾਂ ਕੁ ਤੁਹਾਡੇ 'ਤੇ ਛੈਂਟਾ ਫੇਰ ਦਿੰਦਾ ਉਹ। ਅਤੇ ਹੁਣ ਜਦੋਂ ਉਹਨੇ ਕਿਹਾ ਵੀ ਤੁਸੀਂ ਰਸ਼ੀਆ ਤੋਂ ਤੇਲ ਨਹੀਂ ਲੈਣਾ, ਤੁਸੀਂ ਈਰਾਨ ਤੋਂ ਤੇਲ ਨਹੀਂ ਲੈਣਾ, ਤੁਸੀਂ ਵੈਨਜ਼ੂਏਲਾ ਤੋਂ ਹੀ ਲਓਗੇ, ਤੁਸੀਂ ਝੱਟ ਮੰਨ ਗਏ। ਲੋਕ ਕਿਵੇਂ ਵਿਸ਼ਵਾਸ ਕਰਨ ਤੁਹਾਡੇ 'ਤੇ ਜਦੋਂ ਤੁਸੀਂ ਉਹਦੇ ਅੱਗੇ ਸਰੈਂਡਰ ਕਰੀ ਬੈਠੇ ਹੋ। ਦੇਸ਼ ਮੁਸ਼ਕਿਲ ਹਾਲਾਤਾਂ ਵਿੱਚੋਂ ਨਿਕਲ ਕੇ ਤਰੱਕੀ ਦੀ ਰਫ਼ਤਾਰ ਫੜ ਰਿਹਾ ਹੈ। ਇਸ ਵਿੱਚ ਦੇਸ਼ ਦੀ ਨੌਜਵਾਨ ਸ਼ਕਤੀ ਦੀ ਅਹਿਮ ਭੂਮਿਕਾ ਹੈ। ਇਹ ਕਹਿਣਾ ਸੀ ਕੇਂਦਰੀ ਮੰਤਰੀ JP ਨੱਡਾ ਦਾ। ਦੇਹਰਾਦੂਨ ਵਿਖੇ ਇੱਕ ਨਿੱਜੀ ਯੂਨੀਵਰਸਿਟੀ ਦੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਨੱਡਾ ਨੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਉਣ ਲਈ ਪ੍ਰੇਰਿਤ ਕੀਤਾ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਦੇਹਰਾਦੂਨ ਵਿੱਚ ਸਵਾਮੀ ਰਾਮਾ ਹਿਮਾਲਯਨ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਭਾਗਾਂ ਵਾਲੀ ਹੈ, ਜਿਸ ਨੇ 21ਵੀਂ ਸਦੀ ਦੇ ਪਹਿਲੇ 25 ਸਾਲ ਵੇਖੇ ਨੇ ਅਤੇ ਹੁਣ ਉਹਨਾਂ ਨੂੰ 21ਵੀਂ ਸਦੀ ਦੇ ਅਗਲੇ 25 ਸਾਲਾਂ ਦੇ ਗਵਾਹ ਬਣਨ ਦਾ ਮੌਕਾ ਮਿਲੇਗਾ। ਇਸ ਦੌਰਾਨ ਉਹ ਵਿਕਸਿਤ ਭਾਰਤ ਦੇ ਚਸ਼ਮਦੀਦ ਗਵਾਹ ਬਣਨਗੇ। ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਦੀ अपील की कि आप सब लोग बहुत भाग्यशाली भी हैं। आप सब लोगों को जीवन में एक बहुत बड़ा अवसर मिला है, जिसने 21वीं शताब्दी के प्रथम 25 वर्ष देखे हैं और जिसको 21वीं शताब्दी के अगले 25 वर्ष देखने का भी सौभाग्य मिलेगा। इसलिए ये बहुत ही महत्वपूर्ण होता है कि जिसने अमृत काल का प्रथम 25 वर्ष देखा और वो अब अमृत काल में प्रवेश करके अगले 25 वर्ष में, यानी हम 100 साल की आजादी के पश्चात एक विकसित भारत में खड़े होने का हमको सौभाग्य मिलेगा और उसके कर्ता धर्ता भी और चश्मदीद गवाह आप रहने वाले हैं। इसके लिए मैं आपको विशेष करके बधाई देना चाहता हूं। मैं ये चाहूंगा कि आप सब लोग पूरी ताकत के साथ अपने आने वाले वर्षों में जो आपने शिक्षा हासिल की है, उस शिक्षा का पूरा उपयोग करते हुए मानवता के लिए पूरी ताकत से लगें। ऐसा मैं आपसे निवेदन भी करता हूं और आशा भी रखता हूं कि आप इसको पूरा करेंगे। हमारे प्रधानमंत्री नरेंद्र मोदी जी के नेतृत्व में और उनकी विजनरी लीडरशिप में 2047 का विकसित भारत का सपना, उसके लिए जो बहुत बड़े कदम लिए गए हैं, उन कदम का नतीजे हम अब देखने को हमको मिलता है। आज खुशी की बात है कि हमने पिछले 11 वर्षों में फ्रिजाइल 5 इकोनॉमी में से निकल करके आज हम 4th लार्जेस्ट इकोनॉमी के रूप में खड़े हैं और तीसरे लार्जेस्ट इकोनॉमी के दरवाजा खटखटा रहे हैं। अगर हम ग्रोथ की बात करें तो फिर चाहे वो वर्ल्ड बैंक हो, फिर चाहे वो दुनिया की कोई भी इकोनॉमिक फोरम हो, उसका कहना है कि भारत की ग्रोथ इस साल भी और आगे भी 7.4% के माध्यम से ये आगे बढ़ेगी। ये हमारा ग्रोथ रेट रहेगा। ਨੱਡਾ ਨੇ ਕਿਹਾ ਕਿ ਦੇਸ਼ ਬੇहद ਗੰਭੀਰ ਹਾਲਾਤਾਂ ਵਿੱਚੋਂ ਨਿਕਲ ਕੇ ਅੱਗੇ ਵਧ ਰਿਹਾ ਹੈ। ਇਸ ਦੇ ਪਿੱਛੇ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਤੇ ਨੌਜਵਾਨ ਸ਼ਕਤੀ ਦੀ ਅਹਿਮ ਭੂਮਿਕਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ 400 ਦੇ ਕਰੀਬ ਬਜ਼ੁਰਗਾਂ ਦਾ ਮੁਫਤ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਆਪ ਦੇ ਮੁੱਖ ਬੁਲਾਰਾ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਰਹੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਬਜ਼ੁਰਗਾਂ ਦੀ ਭਲਾਈ ਲਈ ਸਟੇਟ ਐਕਸ਼ਨ ਪਲਾਨ ਦੇ ਅਧੀਨ ਸਾਡੇ ਬਜ਼ੁਰਗ ਸਾਡਾ ਮਾਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖੀਏ। ਉਹਨਾਂ ਕਿਹਾ ਕਿ ਇਸ ਕੈਂਪ ਦਾ ਸਰਹੱਦੀ ਖੇਤਰ ਦੇ ਬਜ਼ੁਰਗਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਜਿੱਥੇ ਬਜ਼ੁਰਗ ਪਹੁੰਚ ਕੇ ਆਪਣੀ ਜਾਂਚ ਕਰਵਾ ਰਹੇ ਨੇ ਅਤੇ ਦਵਾਈ ਮੁਫਤ ਪਾ ਰਹੇ ਨੇ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਸਾਡੇ ਹੈਲਥ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ ਸਾਡਾ ਬਜ਼ੁਰਗ ਸਾਡਾ ਮਾਣ ਕੈਂਪ ਜਿਹੜੇ ਆ ਲਾਏ ਜਾ ਰਹੇ। ਇਸ ਵੇਲੇ ਅਸੀਂ ਅਜਨਾਲਾ ਗੌਰਮੈਂਟ ਹਸਪੀਟਲ ਦੇ ਵਿੱਚ ਹੈ। SMO ਸਾਹਿਬ ਸਾਰੇ ਡਾਕਟਰ ਟੌਪ ਦੇ ਸਾਡੇ ਕੋਲ ਮਤਲਬ ਜਿਹੜੇ ਇਸ ਵੇਲੇ ਮੌਜੂਦ ਨੇ ਔਰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ
ਇਹ ਕੈਂਪਾਂ ਦਾ ਟਾਈਮ ਜਿਹੜਾ 10 ਤੋਂ ਲੈ ਕੇ 2 ਵਜੇ ਤੱਕ ਸੀਗਾ ਤੇ ਹੁਣ ਤੱਕ ਕਰੀਬ 400 ਦੇ ਕਰੀਬ ਸਾਡੇ ਬਜ਼ੁਰਗ ਜਿਹੜੇ ਆ, ਸਾਡੇ ਵੱਡੇ, ਸਾਡੇ ਮਤਲਬ ਵੱਡੀ ਉਮਰ ਵਾਲੇ ਮਾਤਾਵਾਂ ਬਜ਼ੁਰਗ ਜਿਹੜੇ ਆ ਉਹ ਸਵੇਰ ਦਾ ਚੈੱਕ ਕਰਾ ਕੇ ਗਏ ਔਰ ਹਰ ਕਿਸਮ ਦਾ ਉਹਨਾਂ ਦਾ ਟੈਸਟ ਹੋ ਰਿਹਾ, ਹਰ ਕਿਸਮ ਦੀ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ। ਇਹ ਮਤਲਬ ਪਹਿਲੀ ਵਾਰ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜਾ ਉਹ ਕਰ ਰਹੀ ਹੈ। ਸੋ ਮੈਂ ਆਪਣੇ ਸਾਰੇ ਡਾਕਟਰ ਸਾਹਿਬਾਨਾਂ ਦਾ ਬੜਾ ਥੈਂਕਸ ਕਰਦਾ, ਐਸਐਮਓ ਸਾਹਿਬ ਦਾ, ਜਿਨ੍ਹਾਂ ਨੇ ਐਡਾ ਵਧੀਆ ਕੈਂਪ ਲਾ ਕੇ ਤਾਂ ਅੱਜ ਸਵੇਰ ਦਾ 400 450 ਦੇ ਕਰੀਬ ਬਜ਼ੁਰਗ ਜਿਹੜੇ ਆ ਉਹਨਾਂ ਦਾ ਇਲਾਜ ਕੀਤਾ। ਇਹ ਦੇਖੋ ਆਪਾਂ ਬਾਰਡਰ ਤੇ ਆ, ਇਹ ਸਾਰੇ ਜਿੰਨੇ ਬਜ਼ੁਰਗ ਸਾਡੇ ਕੋਲ ਇਸ ਵੇਲੇ ਵੀ ਖੜੇ ਆ ਇਹ ਸਾਰੇ ਬਾਰਡਰ ਏਰੀਏ ਦੇ, ਨਹੀਂ ਤਾਂ ਸਾਨੂੰ ਇੱਥੋਂ ਦੂਰ ਅੰਮ੍ਰਿਤਸਰ 25-30 ਕਿਲੋਮੀਟਰ ਤੇ ਜਾਣਾ ਪੈਂਦਾ। ਇਸ ਹਸਪੀਟਲ ਦਾ ਸਾਡੇ ਜਿਹੜਾ ਬਾਰਡਰ ਦਾ ਏਰੀਆ ਸਭ ਨੂੰ ਇਸ ਹਸਪੀਟਲ ਦਾ ਬਹੁਤ ਸਾਰਾ ਜਿਹੜਾ ਉਹ ਮਤਲਬ ਜਿਹੜਾ ਸਹਿਯੋਗ ਮਿਲਦਾ। ਆਸਰਾ ਹਸਪਤਾਲ ਦੇ ਵਿੱਚ ਸਾਡੇ ਕੋਲ ਡਾਕਟਰ ਚੰਗੇ ਆ, ਹਰ ਕਿਸਮ ਦਾ ਟੈਸਟ, ECG ਸਭ ਹਰ ਚੀਜ਼ ਹੋ ਰਹੀ ਹੈ। ਸੋ ਮੈਂ ਸਮਝਦਾ ਕਿ ਬਾਰਡਰ ਦੇ ਲੋਕਾਂ ਲਈ ਇਹ ਬਹੁਤ ਵੱਡੀ ਸਹੂਲਤ ਹੈ ਔਰ ਇਹ ਸਹੂਲਤ ਜਿਹੜੀ ਹੈ ਜਾਰੀ ਰੱਖਾਂਗੇ। ਜਦੋਂ ਵੀ ਫਿਰ ਸਰਕਾਰ ਵੱਲੋਂ ਆਊਗਾ ਫਿਰ ਦੁਬਾਰਾ ਜਿਹੜੇ ਲਾਵਾਂਗੇ ਉਹ ਬਕਾਇਦਾ ਅਨਾਊਂਸਮੈਂਟ ਕਰਕੇ ਹਰ ਚੀਜ਼ ਕਰਕੇ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਬਜ਼ੁਰਗ ਹੋਣ, ਟੈਸਟ ਕਰਾਉਣ ਤਾਂ ਆਪਣੀਆਂ ਦਵਾਈਆਂ ਲੈ ਕੇ ਜਾਣ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਕ ਵਾਰ ਮੁੜ ਤੋਂ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਸੂਬੇ ਦੇ ਹਿੱਤਾਂ ਦੇ ਖਿਲਾਫ ਦੱਸਿਆ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸਮਝੌਤੇ ਨੂੰ ਸਹੀ ਨਹੀਂ ਮੰਨਦੇ, ਇਸ ਨਾਲ ਸਾਡਾ ਨੁਕਸਾਨ ਹੋਵੇਗਾ। ਸ਼੍ਰੀਨਗਰ ਦੇ ਸ਼ਾਲੀਮਾਰ ਵਿਖੇ 11ਵੇਂ ਕਸ਼ਮੀਰ ਐਗਰੀਟੈਕ ਮੇਲਾ ਗੋਂਗੁਲ 2026 ਦਾ ਉਦਘਾਟਨ ਕਰਦਿਆਂ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਪੇਂਡੂ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਆਯੋਜਨ ਜੰਮੂ ਕਸ਼ਮੀਰ ਵਿੱਚ ਖੇਤੀਬਾੜੀ ਅਤੇ ਪੇਂਡੂ ਰੋਜ਼ੀ ਰੋਟੀ ਨੂੰ ਮਜ਼ਬੂਤ ਕਰਨ ਲਈ ਨਵੀਨਤਾ, ਤਕਨਾਲੋਜੀ ਅਤੇ ਕਿਸਾਨ ਕੇਂਦਰਿਤ ਪਹਿਲਕਦਮੀਆਂ ਨੂੰ ਪ੍ਰਦਰਸ਼ਨ ਕਰਨ ਵਾਲੇ ਇੱਕ ਜੀਵੰਤ ਪਲੇਟਫਾਰਮ ਦੀ ਸ਼ੁਰੂਆਤ ਹੈ। ਅਸੀਂ ਜਿਸ ਤਰ੍ਹਾਂ ਦੇ ਐਲਾਨ ਕੀਤੇ ਸਨ ਉਸੇ ਤਰ੍ਹਾਂ ਅਸੀਂ ਪੇਂਡੂ ਅਰਥ ਵਿਵਸਥਾ ਤੇ ਵਿਸ਼ੇष ਧਿਆਨ ਕੇਂद्रित ਕੀਤਾ ਹੋਇਆ है। स्कॉच ने ये फेस्टिवल जो है ये 11वीं बार जो आज किया जा रहा है और अब रश देखिए, इन 3 दिनों में लाखों के तादाद में लोग आके इसका फ़ायदा लेंगे और हम चाहते भी यही हैं। आखिरकार अगर कल को हमें अमेरिका जैसे मुल्कों के साथ मुकाबला करना पड़ेगा, जो कि अब इस ट्रेड डील के बाद लग रहा है कि उनके एग्रीकल्चर प्रोड्यूस जो है वो हमारे मुल्क में आना शुरू हो जाएंगे, खासकर हॉर्टिकल्चर, फ्रूट, नट्स, वॉलनट, आमंड्स। तो अगर हमें उनका मुकाबला करना होगा, कहीं ना कहीं हमें अपनी पैदावार, प्रोडक्टिविटी और क्वालिटी दोनों को इम्प्रूव करना होगा, जिसमें ये फेस्टिवल गोंगुल का ये एक बहुत जो है इम्पोर्टेंट रोल जो है वो अदा करता है। इतना मुझे नहीं पता बाकी मुल्क में क्या बेनिफिट्स होंगे, लेकिन हमें तो फिलहाल नुकसान ही नज़र आ रहा है। अब जिन चीज़ों को ड्यूटी फ्री यहाँ मुल्क में अब आने की इजाज़त दी जा रही है वो सारे हमारे प्रोडक्ट्स हैं। आमंड, वॉलनट्स, एप्पल्स, सारे फ्रूट जो हैं, फ्रेश फ्रूट, ड्राई फ्रूट, वो तो जम्मू कश्मीर की पैदावार है, यहाँ की प्रोडक्ट्स हैं। अब आप हमें कहते हो कि अब कोई फ़र्क नहीं पड़ेगा, यहाँ 70 रुपये किलो से कम आएगा नहीं, लेकिन उसका क्या मतलब है कि सारे बकवास फ्रूट हमारे ही बिकेंगे और अच्छा फ्रूट उनका बिकेगा। हमारे ग्रोअर्स ने पिछले कई सालों से अपने प्रोडक्ट को बेहतर करने में बहुत इन्वेस्टमेंट किया है। नई वैरायटीज़ आई हैं, हाई क्वालिटी आया है, CA स्टोर्स के ज़रिए हम बेहतर प्रोडक्ट को मार्केट पे सही वक्त पे पहुंचा पाते हैं। अब अगर आप हमें कहते हो कि अच्छी चीज़ें जो है बाहर से आएंगी और जो कम कीमत की चीज़ें हैं वो यहाँ से बिकनी चाहिए, वो तो हमारे ग्रोअर्स के साथ एक बहुत बड़ा मजाक है। ਕੈਨੇਡਾ ਤੋਂ ਆਏ 3 ਸਿੱਖ ਸੰਸਦ ਮੈਂਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂ ਡਾਕਟਰ ਦਲਜੀਤ ਚੀਮਾ ਤੇ ਹੋਰ ਆਗੂਆਂ ਵੱਲੋਂ ਇਹਨਾਂ ਸੰਸਦ ਮੈਂਬਰਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਮੈਂਬਰ ਆਫ ਪਾਰਲੀਮੈਂਟ ਕੈਲਗਰੀ ਸਕਾਈਵਿਊ ਤੋਂ ਅੱਜ ਗੁਰੂ ਕੀ ਨਗਰੀ ਵਿੱਚ ਦਰਸ਼ਨ ਦਿਦਾਰੇ ਕਰਨ ਪਹੁੰਚੇ ਹਾਂ ਤੇ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਹੋਰ ਸਾਰੀ ਹੀ ਡਾਕਟਰ ਸਾਹਿਬ, ਡਾਕਟਰ ਚੀਮਾ ਸਾਹਿਬ ਸਾਰਿਆਂ ਨੇ ਸਾਨੂੰ ਜੀ ਆਇਆਂ ਨੂੰ ਆਖਿਆ ਤੇ ਸ਼ੁਰੂ ਤੋਂ ਹੀ ਜਿਵੇਂ ਗੁਰਬਾਣੀ ਦਾ ਫਲਸਫਾ ਸਭੇ ਸਾਂਝੀ ਵਾਸਤਾ ਕੋਈ ਨਾ ਦੂਸਰੇ ਬਾਹਰਾ ਜੀਓ, ਜਿਵੇਂ ਆਪਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਮਨੁੱਖਤਾ ਦੀ ਸੇਵਾ ਕਰਦੇ ਉਸੇ ਤਰ੍ਹਾਂ ਸਾਡੀਆਂ ਡਿਊਟੀਆਂ ਇੱਥੇ ਕੈਨੇਡਾ 'ਚ ਲੱਗੀਆਂ ਤੇ ਸਾਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਜਦੋਂ ਪੱਗਾਂ ਬੰਨ੍ਹ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬੀ ਭਰਾ ਤੇ ਸਾਰੀ ਮਨੁੱਖਤਾ ਲਈ, ਸਾਰੇ ਕੈਨੇਡੀਅਨਸ ਲਈ ਕੰਮ ਕਰਦੇ ਹਾਂ ਤੇ ਸਾਰੀ ਦੁਨੀਆ ਦੇ ਭਲੇ ਲਈ ਜੋ ਸਤਿਗੁਰ ਨੇ ਸਾਨੂੰ
ਸਮੱਤ ਬਖਸ਼ੀ ਉਸ ਮੁਤਾਬਕ ਕੰਮ ਕਰਦੇ ਤੇ ਇੱਥੇ ਆ ਕੇ ਗੁਰੂ ਕੀ ਨਗਰੀ ਬਹੁਤ ਮਾਣ ਮਹਿਸੂਸ ਹੋਇਆ ਜੀ। ਸਾਡੇ ਬਹੁਤ ਸਾਰੇ ਪੰਜਾਬੀ ਵੀਰ ਖਾਸ ਕਰਕੇ ਸਿੱਖ ਉਹ ਦੇਸ਼ਾਂ ਤੋਂ ਵਿਦੇਸ਼ਾਂ ਵਿੱਚ ਵੀ ਗਏ ਤੇ ਉਹਨੇ ਆਪਣੇ ਵਿਦੇਸ਼ਾਂ ਦੇ ਵਿੱਚ ਗੁਰੂ ਆਸ਼ੇ ਅਨੁਸਾਰ ਗੁਰਸਿੱਖੀ ਦੇ ਜੀਵਨ ਨੂੰ ਪੜਨਾਏ ਹੋਏ ਉਹ ਵੀ ਤੇ ਨਾਲ ਉੱਥੋਂ ਦੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਉਹ ਧੁੰਮਾਂ ਪਾਈਆਂ। ਉਹਦੇ ਵਿੱਚੋਂ ਸਾਡੇ ਵਿੱਚ ਅੱਜ ਅਚੇਚੇ ਤੌਰ ਤੇ ਸਰਦਾਰ ਜਸਰਾਜ ਸਿੰਘ ਜੀ ਹੱਲਣ ਜਿਹੜੇ MP ਆ, ਇਹ ਤੀਜੀ ਟਰਮ ਆਪਣੀ ਪੂਰੀ ਕਰ ਰਹੇ ਆ, ਅਚੇਚੇ ਤੌਰ ਤੇ ਅੱਜ ਪਹੁੰਚੇ ਤੇ ਨਾਲ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਗੁਰਦੁਆਰਾ ਸਾਹਿਬ ਦੇ ਉੱਥੇ ਪ੍ਰਧਾਨ ਵੀ ਰਹੇ ਆ। ਚਲੋ ਸਰਦਾਰ ਅਮਰਪ੍ਰੀਤ ਸਿੰਘ ਜੀ ਗਿੱਲ, ਇਹ ਜਿਨ੍ਹਾਂ ਨੂੰ ਮੈਨੂੰ ਹੁਣੇ ਦੱਸਿਆ ਗਿਆ ਕਿ ਇਹਨਾਂ ਨੂੰ ਬਤੌਰ ਪ੍ਰਧਾਨ ਜ਼ਿਆਦਾ ਲੋਕ ਜਾਣਦੇ ਆ, ਭਾਵੇਂ MP ਵੀ ਆ। ਸਾਡੇ 3 ਭਰਾ ਕੈਨੇਡਾ ਦੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪ੍ਰਾਈਵੇਟ ਵਿਜ਼ਿਟ ਦੇ ਉੱਤੇ ਜਿਹੜੇ ਆ ਇੰਡੀਆ ਦੀ ਵਿਜ਼ਿਟ ਦੇ ਉੱਤੇ ਆਏ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਤਿੰਨਾਂ ਨੂੰ ਹੀ ਔਰ ਨਾਲ ਜਿਹੜੇ ਉਹਨਾਂ ਦੇ ਸਾਥੀ ਆਏ ਆ ਸਾਰਿਆਂ ਨੂੰ ਜੀ ਆਇਆਂ। ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸਾਹਿਬ ਦਾ ਔਰ ਸਾਰੇ ਇਹਨਾਂ ਦੇ ਸਟਾਫ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ, ਕਿਉਂਕਿ ਸਾਡੇ ਵਾਸਤੇ ਵੀ ਇੱਕ ਖਾਸ ਓਕੇਜ਼ਨ ਹੈ। ਇਸ ਬੁਲਟਨ 'ਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।